ਬਾਬਾ ਬਸ਼ੀਰ ਇੱਕ ਗਰੀਬ ਆਦਮੀ ਸੀ ਤੇ ਉਹਦਾ ਇੱਕੋ ਇੱਕ ਪੁੱਤਰ ਸੀ। ਉਹ ਪੁੱਤਰ ਜਦੋਂ ਵੀ ਘਰੋਂ ਬਾਹਰ ਨਿਕਲਿਆ ਕਰੇ ਨਾ, ਆਪਣੇ ਯਾਰਾਂ ਦੋਸਤਾਂ 'ਚ ਵਿਆਹ ਕਰੇ ਤੇ ਉਹ ਨਾ ਉਹਨਾਂ ਦੀਆਂ ਕੋਠੀਆਂ ਵੇਖੇ, ਉਹਨਾਂ ਦੀਆਂ ਕਾਰਾਂ ਵੇਖੇ, ਉਹਨਾਂ ਦੀਆਂ ਜ਼ਮੀਨਾਂ ਵੇਖੇ ਤੇ ਦਿਲ ਦੇ ਵਿੱਚ ਹਸਰਤ ਰੱਖਿਆ ਕਰੇ। ਤੇ ਉਹ ਜਨਾਬੇ ਲਈ ਜਦੋਂ ਘਰ ਵੜਦਾ ਸੀ ਨਾ ਤੇ ਆਪਣੇ ਪਿਓ ਦੇ ਸਿਰ ਹੋ ਜਾਣਾ, ਰੋਜ਼ ਉਹਨੂੰ ਤਾਨੇ ਮਾਰਨੇ ਕਿ ਅੱਬਾ ਤੂੰ ਕੀ ਕੀਤਾ ਸਾਡੇ ਵਾਸਤੇ, ਉਹ ਵੇਖ ਲੈ ਲੋਕਾਂ ਦੀਆਂ ਜ਼ਮੀਨਾਂ, ਕਾਰਾਂ, ਕੋਠੀਆਂ, ਲੇਕਿਨ ਤੂੰ ਕੀ ਕੀਤਾ ਮੇਰੇ ਵਾਸਤੇ। ਤੇ ਪਿਓ ਰੋਜ਼ ਕਿਆ ਕਰੇ, ਪੁੱਤਰ ਜੋ ਮੇਰੇ ਹੱਥ ਵੱਸ ਹੈ ਉਹ ਮੈਂ ਕਰ ਰਿਹਾ, ਮੈਂ ਸੁਬਾਹ ਜਾਣਾ ਸ਼ਾਮ ਨੂੰ ਆਉਣਾ, ਜੋ ਮੈਨੂੰ ਚਾਰਾਂ ਨੇ ਲੱਭਦੇ ਆ ਮੈਂ ਤੁਹਾਡੀ ਰੋਟੀ ਟੁੱਕ ਦਾ ਇੰਤਜ਼ਾਮ ਕਰਦਾ, ਤੈਨੂੰ ਪੜ੍ਹਾ ਰਿਹਾ। ਤੇ ਜਨਾਬ ਲੇਕਿਨ ਉਹਦਾ ਪੁੱਤਰ ਨਾ ਇਹ ਗੱਲ ਸਮਝਣ ਨੂੰ ਤਿਆਰ ਨਹੀਂ ਸੀ, ਰੋਜ਼ ਜਨਾਬ ਪਿਓ ਨੂੰ ਤੰਗ ਕਰਿਆ ਕਰੇ। ਤੇ ਪਿਓ ਜਿਹੜਾ ਨਾ ਉਹਦੀਆਂ ਗੱਲਾਂ ਸੁਣ ਸੁਣ ਕੇ ਅੰਦਰੋਂ ਬਹੁਤ ਦੁਖੀ ਹੋ ਗਿਆ। ਤੇ ਇੱਕ ਦਿਨ ਨਾ ਉਹਨੇ ਇੱਕ ਮੋਚੀ ਦੇ ਕੋਲੋਂ ਇੱਕ ਤਵੀਤੜੀ ਸਵਾ ਕੇ ਉਹਦੇ ਵਿੱਚ ਰੁੱਕਾ ਲਿਖ ਕੇ ਤੇ ਆਪਣੇ ਗਲ 'ਚ ਪਾ ਲਿਆ। ਕੁਝ ਵਕਤ ਗੁਜ਼ਰਿਆ ਤੇ ਬਾਬਾ ਬਿਮਾਰ ਹੋ ਗਿਆ। ਤੇ ਬਾਬਾ ਮੰਜੇ ਤੇ ਜਦੋਂ ਪਿਆ ਸੀ ਨਾ, ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਉਹਨੇ ਕਿਹਾ, ਪੁੱਤਰ ਤੂੰ ਮੈਨੂੰ ਰੋਜ਼ ਤਾਨੇ ਮਾਰਦਾ ਸੀ ਨਾ, ਅੱਬਾ ਮੇਰੇ ਵਾਸਤੇ ਕੀਤਾ ਕੀ ਹੈ, ਲੋਕਾਂ ਦੇ ਫਲਾਣੇ ਤੇ ਲੋਕਾਂ ਨੇ ਟਮਕੀਨੇ। ਮੇਰੇ ਪੁੱਤਰ ਗਲ ਦੇ ਵਿੱਚ ਮੇਰੀ ਜਿਹੜੀ ਤਵੀਤੜੀ ਹੈ ਨਾ, ਇਹਦੇ ਵਿੱਚ ਮੈਂ ਕਾਇਸਾ ਰਾਜ਼ ਜਿਹੜਾ ਨਾ ਉਹ ਗੰਢਿਆ ਹੋਇਆ ਹੈ। ਜਦੋਂ ਮੈਂ ਮਰ ਜਾਵਾਂ ਨਾ, ਮਰਨ ਤੋਂ ਬਾਅਦ ਇਹ ਤਵੀਜ਼ ਖੋਲ ਕੇ ਇਹਨੂੰ ਵੇਖਣਾ ਤੇ ਪੜ੍ਹਨਾ ਜ਼ਰੂਰ ਤੂੰ। ਉਹ ਬਾਬਾ ਇੱਕ ਦਿਨ ਜਨਾਬ ਇਸ ਦੁਨੀਆ ਤੋਂ ਟੁਰ ਜਾਂਦਾ ਹੈ। ਪੁੱਤਰ ਉਹਨੂੰ ਦਫਨਾ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਰਾਤ ਨੂੰ ਵਿਹਲਾ ਹੋ ਕੇ ਉਹ ਤਵੀਤ ਜਦੋਂ ਖੋਲਦਾ ਨਾ ਤੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਪੁੱਤਰ ਖਜ਼ਾਨਾ ਮੇਰੇ ਕੋਲ ਬੜਾ ਸੀ, ਲੇਕਿਨ ਮੈਂ ਇਸ ਮਕਾਨ ਦੀ ਦਹਲੀਜ਼ ਦੇ ਵਿੱਚ ਉਹ ਛੁਪਾਇਆ ਹੋਇਆ ਸੀ ਕਿ ਜਦੋਂ ਮੇਰਾ ਪੁੱਤਰ ਵੱਡਾ ਹੋਏਗਾ ਨਾ, ਅਕਲਮੰਦ ਹੋਏਗਾ ਤੇ ਮੈਂ ਉਹਨੂੰ ਦੇ ਦਾਂਗੇ ਹੱਥੀ ਆਪਣੇ। ਤੇ ਪੁੱਤਰ ਬੜਾ ਖੁਸ਼ ਹੋਇਆ। ਪੁੱਤਰ ਜਨਾਬੇ ਵਾਲੀ ਜਦੋਂ ਸੁਬਾਹ ਉੱਠਿਆ, ਉਹਨੇ ਇੱਕ ਪਾਸੋਂ ਸ਼ੁਰੂ ਕੀਤਾ ਆਪਣਾ ਮਕਾਨ ਢਾਉਣਾ ਤੇ ਸਾਰਾ ਛਟੀਲ ਮੈਦਾਨ ਕਰ ਦਿੱਤਾ। ਜਦੋਂ ਉਹਦੀਆਂ ਨੀਆਂ ਖੋਦੀਆਂ ਤੇ ਵਿੱਚੋਂ ਇੱਕ ਸੰਦੂਕ ਨਿਕਲਿਆ। ਸੰਦੂਕ ਦੇ ਵਿੱਚ ਜਨਾਬ ਇੱਕ ਪਰਚਾ ਸੀ। ਪਰਚੇ ਦੇ ਉੱਤੇ ਲਿਖਿਆ ਸੀ, ਪੁੱਤਰ ਮੈਂ ਜੋ ਕੁਝ ਕੀਤਾ ਕਰ ਲਿਆ, ਇਹ ਮੇਰਾ 5 ਮਰਲੇ ਦਾ ਮਕਾਨ ਮੈਂ ਬਣਾ ਸਕਿਆ, ਤੈਨੂੰ ਪੜਾਇਆ ਲਿਖਾਇਆ, ਤੁਹਾਡੀ ਰੋਟੀ ਟੁੱਕ ਦਾ ਇੰਤਜ਼ਾਮ ਕੀਤਾ। ਹੁਣ ਤੂੰ ਇਹਨੂੰ ਆਪਣੇ ਹੱਥੇ ਢਾ ਲਿਆ ਨਾ, ਹੁਣ ਜਦੋਂ ਬਣ ਜਾਵੇ ਨਾ, ਮੇਰੀ ਕਬਰ ਤੇ ਆਣ ਕੇ ਲਾਜ਼ਮੀ ਕਹਿਣਾ, ਅੱਬਾ ਉਹ ਵੇਖ ਮੈਂ ਬਣਾਈ ਖਲੋਤਾ ਆਪਣੀ ਮਿਹਨਤ ਦੇ ਨਾਲ। ਯਕੀਨ ਕਰੋ ਉਸ ਪੁੱਤਰ ਨੇ ਬੜਾ ਟਿੱਲ ਲਾਇਆ। ਕੋਈ 15 ਸਾਲ ਜ਼ਲੀਲ ਹੁੰਦਾ ਰਿਹਾ, ਲੇਕਿਨ ਕੋਠੇ ਪਾਉਣ ਜੋਗੇ ਪੈਸੇ ਨਹੀਂ ਲੱਭੇ, ਨਾ ਹੀ ਬਣੇ। ਕਰਦਿਆਂ ਕਰਦਿਆਂ ਇੰਨੇ ਕਿ ਉਹ ਜਨਾਬੇ ਲਈ ਗਰੀਬ ਹੋ ਗਿਆ ਕਿ ਉਹ ਕਿਰਾਏ ਤੇ ਮਕਾਨ ਵੀ ਲੈ ਨਹੀਂ ਸਕਦਾ ਸੀ। ਤੇ ਫਿਰ ਰੋਇਆ ਕਰੇ ਗੋਡਿਆਂ 'ਚ ਸਿਰ ਦੇ ਦੇ ਕੇ ਕਿ ਅੱਬਾ ਮੈਂ ਤੇਰੇ ਨਾਲ ਬੜਾ ਜ਼ੁਲਮ ਕੀਤਾ, ਮੈਂ ਆਪਣੇ ਹੱਥੀਂ ਆਪਣੇ ਕੋਠੇ ਢਾਹ ਬੈਠਾ। ਮੈਨੂੰ ਹੁਣ ਪਤਾ ਲੱਗਾ ਕਿ ਕੋਈ ਵੀ ਦੁਨੀਆ ਦਾ ਜਿਹੜਾ ਬਾਪ ਹੈ ਨਾ, ਉਹ ਆਪਣੀ ਔਲਾਦ ਤੱਕ ਹਰ ਹੱਦ ਕਰਾਸ ਕਰਦਾ ਹੈ, ਲੇਕਿਨ ਔਲਾਦ ਦੇ ਪੇਟ 'ਚ ਪਹਿਲੇ ਦਾਣੇ ਪਾ ਕੇ ਨਾ ਬਾਅਦ 'ਚ ਬਚ ਜਾਵੇ ਤੇ ਖਾਂਦਾ ਹੈ। ਲਿਹਾਜ਼ਾ ਮੈਂ ਆਪਣੇ ਵੀਰਾਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ ਇੱਕੋ ਹੀ ਮਸ਼ਵਰਾ ਦਾਂਗਾ ਕਿ ਆਪਣੇ ਪਿਓਾਂ ਨੂੰ ਨਾ, ਮਾਂ ਪਿਓ ਨੂੰ ਗੱਲ ਤੇ ਤਾਨੇ ਨਾ ਮਾਰਿਆ ਕਰੋ ਗਰੀਬ ਹੋਣ ਦੇ ਕਿ ਬਾਬਾ ਸਾਡੇ ਵਾਸਤੇ ਕੀ ਕੀਤਾ ਜੀ, ਆਪ ਤੇ ਟੁਰ ਚਲਿਆ, ਸਾਨੂੰ ਮੁਸੀਬਤ 'ਚ ਪਾ ਚਲਿਆ। ਇਹ ਗੱਲ ਯਾਦ ਰੱਖਿਓ, ਤੁਸੀਂ ਪਿਓ ਨੂੰ ਜਿਉਂਦੇ ਜੀ ਕਬਰ ਦੇ ਵਿੱਚ ਉਤਾਰ ਰਹੇ ਹੋ। ਕਿਹੜਾ ਬਾਪ ਹੈ ਜਿਹੜਾ ਚਾਹੁੰਦਾ ਹੈ ਕਿ ਮੇਰੀ ਜਿਹੜੀ ਔਲਾਦ ਹੈ ਉਹ ਸੜਕਾਂ ਤੇ ਜ਼ਲੀਲ ਹੋਵੇ, ਲੋਕਾਂ ਕੋਲ ਮੰਗਦੀ ਪੈਂਦੀ ਫਿਰੇ? ਨਾ ਮੇਰੇ ਵੀਰ ਨਾ। ਅਗਰ ਤੁਹਾਡੇ ਮਾਂ ਪਿਓ ਜ਼ਿੰਦਾ ਨੇ ਨਾ, ਉਹਨਾਂ ਦੀ ਕਦਰ ਕਰ ਲਓ। ਬਾਕੀ ਇੱਕ ਗੱਲ ਜਨਾਬੇ ਲਈ ਯਾਦ ਰੱਖਿਓ, ਅੱਲਾਹ ਪਾਕ ਦੀ ਜ਼ਾਤ ਨੇ ਨਾ कुरान पाक दे विच इरशाद फरमाया, अगर तुम्हारे माँ बाप जिंदा हैं, एक या दोनों, तो उनकी खिदमत करो, उनके आगे ऊंची आवाज में बात ना करो। ये मेरी गल अपने पल्ले बन लियो, अज तुसी करोगे ते कल इहदा नतीजा भरोगे। बाकी हसदे रहो, वसदे रहो। अल्लाह हाफिज।